हेलो डियर स्टूडेंट्स, हाउ आर यू ऑल। वेलकम बैक। प्यारे विद्यार्थियों, मैथ्स विषय ਨਾਲ ਸੰਬੰਧਿਤ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਬੱਚਿਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅਸੀਂ 8th ਕਲਾਸ ਦਾ ਨੈਕਸਟ ਚੈਪਟਰ ਸਟਾਰਟ ਕੀਤਾ ਹੋਇਆ ਜਿਸ ਦਾ ਨਾਮ ਹੈ ਸਕੁਅਰ ਐਂਡ ਸਕੁਅਰ ਰੂਟ ਮੀਨਸ ਵਰਗ ਅਤੇ ਵਰਗਮੂਲ। ਤੇ ਬੱਚਿਓ, ਇਸ ਦੀ ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ 1 ਤੋਂ ਲੈ ਕੇ 10 ਤੱਕ ਦੇ ਵਰਗ ਕਰਨੇ ਸਿਖਾਏ ਸੀ ਕਿ ਕਿਸ ਤਰ੍ਹਾਂ ਅਸੀਂ ਕੱਢਦੇ ਹਾਂ, ਤੇ ਵਰਗ ਦੀ ਡੈਫੀਨੇਸ਼ਨ ਕਰਵਾਈ ਸੀ ਕਿ ਵਰਗ ਕੀ ਹੁੰਦਾ। ਜਦੋਂ ਅਸੀਂ ਕਿਸੇ ਸੰਖਿਆ ਨੂੰ ਉਸੇ ਸੰਖਿਆ ਦੇ ਨਾਲ ਗੁਣਾ ਕਰ ਦਿੰਦੇ ਆ ਤੇ ਸਾਨੂੰ ਵਰਗ ਪ੍ਰਾਪਤ ਹੁੰਦਾ ਤੇ ਮੀਨਸ ਸਕੁਅਰ ਪ੍ਰਾਪਤ ਹੁੰਦਾ ਹੈ। ਤਾਂ ਇੱਥੋਂ ਹੁਣ ਅਸੀਂ ਨੈਕਸਟ ਟੌਪਿਕ ਸਟਾਰਟ ਕਰਨਾ ਹੈ, ਕੰਟੀਨਿਊ ਕਰਨਾ ਹੈ। तो वो टॉपिक की है प्रॉपर्टीज ऑफ स्केयर नंबर्स मीनस वर्ग संख्यावां दे गुण। ठीक है, तो इनू समझण लई इत्थे असीं एक चार्ट बनाया होया। ठीक है, टेबल बना लिया। इस टेबल दे विच देखो संख्यावां लिखियां होईयां कित्थों 1 ਤੋਂ ਲੈ ਕੇ 10 तक पहले कॉलम दे विच, ते दूसरे कॉलम दे विच इन्हां संख्यावां दे वर्ग जो ने वो लिख लेने। ठीक है, जिदा 1 ਦਾ वर्ग की होया 1 गुणा 1 1 ਦੇ ਇਕੁਅਲ ਆਣਾ। 2 ਦਾ ਵਰਗ ਕੀ ਹੋਏਗਾ 2 * 2 4। 3 ਦਾ ਸਕੁਅਰ ਕੀ ਹੋਏਗਾ 3 * 3 9। ਠੀਕ ਹੈ ਬੱਚਿਓ, ਤੇ ਅਗਲਾ ਜੋ ਥਰਡ ਕਾਲਮ ਇਹਦੇ ਵਿੱਚ ਬਣਾਇਆ, ਇਸ ਕਾਲਮ ਦਾ ਨਾਮ ਕੀ ਦਿੱਤਾ ਇਕਾਈ ਅੰਕ। ਇਕਾਈ ਅੰਕ ਕਿਹਦੇ? ਇਹਨਾਂ ਸੰਖਿਆਵਾਂ ਦੇ ਵਰਗਾਂ ਦੇ। ਹੁਣ ਦੇਖੋ 1 ਦਾ ਵਰਗ ਹੈ 1 ਤੇ ਇਹਦਾ ਇਕਾਈ ਅੰਕ ਵੀ ਕੀ ਹੋਏਗਾ 1। ਉਹਨੂੰ ਸਾਈਡ ਤੇ ਅਸੀਂ ਲਿਖ ਲਿਆ। ਇਹਦੇ 2 ਦਾ ਵਰਗ ਹੁੰਦਾ 4 ਤੇ ਇਹਦਾ ਇਕਾਈ ਅੰਕ ਵੀ ਕੀ ਹੋਏਗਾ 4। 3 ਦਾ ਵਰਗ ਹੁੰਦਾ 9 ਤੇ 9 ਦਾ ਇਕਾਈ ਅੰਕ 9 ਹੀ ਹੈ। ਇਦਾਂ ਹੀ ਬੱਚੇ 4 ਦਾ ਵਰਗ ਜਿਹੜਾ ਹੈ ਉਹ ਕੀ ਹੋਇਆ 16 ਤੇ 16 ਦੇ ਵਿੱਚ ਇਕਾਈ ਅੰਕ ਕੀ ਆ ਗਿਆ 6। ਤੇ ਜੇ 5 ਦੀ ਗੱਲ ਕਰੀਏ 5 ਦਾ ਵਰਗ ਹੁੰਦਾ ਹੈ 25 ਤੋਂ 25 ਦਾ ਇਕਾਈ ਅੰਕ ਕੀ ਹੋ ਗਿਆ 5। ਇਹਦੇ 6 ਦਾ ਵਰਗ 36 36 ਦਾ ਇਕਾਈ ਅੰਕ 6। 7 ਦਾ ਵਰਗ 49 49 ਦਾ ਇਕਾਈ ਅੰਕ 9। 8 ਦਾ ਵਰਗ ਕੀ ਹੋ ਗਿਆ 64 ਤੇ ਇਹਦਾ ਇਕਾਈ ਅੰਕ ਕੀ ਆ ਗਿਆ 4। ਸਿਮਿਲਰਲੀ ਬੱਚੇ 9 ਦਾ ਵਰਗ ਕੀ ਹੁੰਦਾ 81 81 ਦਾ ਇਕਾਈ ਅੰਕ ਕੀ ਆ ਜਾਣਾ 1 ਤੇ 10 ਦਾ ਵਰਗ ਹੁੰਦਾ 100 ਤੇ 100 ਦਾ ਇਕਾਈ ਅੰਕ ਕੀ ਹੋਇਆ ਇੱਥੇ 0। ਠੀਕ ਹੈ ਬੱਚੋ, ਤੋਂ ਇਹ ਸੀਗੇ ਇਕਾਈ ਅੰਕ ਕਿਹਨਾਂ ਦੇ ਪਹਿਲੀਆਂ 10 ਸੰਖਿਆਵਾਂ ਦੇ ਵਰਗਾਂ ਦੇ ਇਕਾਈ ਅੰਕ। ਓਕੇ ਬੱਚੋ, ਇਹ ਅਸੀਂ ਹੁਣ ਸਾਈਡ ਤੇ ਲਿਖ ਲਿਆ। ਤੇ ਬੱਚੋ ਹੁਣ ਤੁਸੀਂ ਇੱਥੋਂ ਪਹਿਲੀ ਪ੍ਰਾਪਰਟੀ ਕਰਨ ਜਾ ਰਹੇ ਆ ਤੇ ਉਹ ਪ੍ਰਾਪਰਟੀ ਨੂੰ ਕਰਨ ਲਈ ਸਭ ਤੋਂ ਪਹਿਲਾਂ ਤੇ ਨੋਟ ਕਰੋ ਕਿ ਇਹਨਾਂ ਵਿੱਚ ਦੇਖੋ 1 ਤੋਂ ਲੈ ਕੇ 10 ਤੱਕ ਦੀ ਇਹ ਗਿਣਤੀ ਹੈ ਇੱਕ ਤਰ੍ਹਾਂ ਦੀ। ਠੀਕ ਹੈ, ਤਾਂ ਇਹਨਾਂ ਵਿੱਚ ਕਿਹੜੇ ਅੰਕ ਨਹੀਂ ਹੈਗੇ ਪਹਿਲਾਂ ਤੇ ਉਹ ਨੋਟ ਕਰੋ। ਦੇਖੋ 1 ਹੈਗਾ, ਬਿਲਕੁਲ 1 2 ਵਾਰ ਆ ਰਿਹਾ। 2 ਨਹੀਂ ਹੈਗਾ, 2 ਨੂੰ ਸਾਈਡ ਤੇ ਲਿਖ ਲਓ। ਠੀਕ ਹੈ, ਹੁਣ ਦੇਖੋ 3 ਹੈ ਇਹਨਾਂ ਵਿੱਚ ਨਹੀਂ, ਤਾਂ 3 ਨਹੀਂ ਹੈਗਾ, 3 ਨੂੰ ਵੀ ਸਾਈਡ ਤੇ ਲਿਖ ਲਓ। 4 ਹੈਗਾ, 5 ਵੀ ਹੈਗਾ, 6 ਵੀ ਹੈਗਾ, 7 ਨਹੀਂ ਹੈਗਾ, 7 ਨੂੰ ਸਾਈਡ ਤੇ ਲਿਖ ਲਓ। ਉਸ ਤੋਂ ਬਾਅਦ 8 9 8 ਵੀ ਇੱਥੇ ਨਹੀਂ ਹੈਗਾ। ਤੋਂ ਇਹ ਬੱਚੇ ਅੰਕ ਜਿਹੜੇ ਨੇ ਇੱਥੇ ਮਤਲਬ ਪਹਿਲੇ 1 ਤੋਂ ਲੈ ਕੇ 10 ਦੇ ਵਰਗਾਂ ਦੇ ਇਕਾਈ ਅੰਕ ਜਿਹੜੇ ਆ ਉਹ ਨਾ ਤਾਂ 2 ਹੈ, ਨਾ 3 ਆ ਰਿਹਾ, ਨਾ 7 ਆ ਰਿਹਾ ਤੇ ਨਾ ਹੀ 8 ਆ ਰਿਹਾ। 9 ਆ ਰਿਹਾ, 0 ਵੀ ਆ ਰਿਹਾ। ਠੀਕ ਹੈ, ਤੋਂ ਇੱਥੋਂ ਬੱਚੇ ਹੁਣ ਪਹਿਲਾ ਗੁਣ ਨਿਕਲ ਕੇ ਆਣਾ, ਫਰਸਟ ਗੁਣ। ਠੀਕ ਹੈ, ਉਹਨੂੰ ਲਿਖੋ ਤੁਸੀਂ। ਉਹ ਗੁਣ ਕੀ ਹੋਏਗਾ ਕਿ ਕਿਸੇ ਵੀ ਸੰਖਿਆ ਦੇ ਵਰਗ ਦਾ ਇਕਾਈ ਅੰਕ 2 3 7 ਅਤੇ 8 ਨਹੀਂ ਆਉਂਦਾ। ਠੀਕ ਹੈ, 2 3 7 ਅਤੇ 8 ਨਹੀਂ ਆਉਂਦਾ। ਮੀਨਸ ਇੰਗਲਿਸ਼ ਮੀਡੀਅਮ ਵਾਲੇ ਬੱਚੇ no perfect square will end with 2 3 7 or 8 at unit place ओके बच्चों, तो इन्हों नोट करो। एक बार फिर बोल देना कि किसी भी संख्या दे वर्ग दा इकाई अंक 2 3 7 ਅਤੇ 8 नहीं आउंदा। means no perfect square will end with 2 3 7 or 8 at unit place okay ਬੱਚਿਓ। ਤੇ ਹੁਣ ਉਸ ਤੋਂ ਬਾਅਦ ਕਿਹੜੇ ਇਕਾਈ ਅੰਕ ਹੈਗੇ ਆ ਉਹਨਾਂ ਦੇ ਤੋਂ ਅਸੀਂ ਸੈਕਿੰਡ ਗੁਣ ਬਣਾ ਲੈਣਾ। ਕਿਹੜੇ ਇਕਾਈ ਅੰਕ ਆ ਦੇਖੋ, ਕਿਹੜੇ ਲਿਖੇ ਤੁਸੀਂ 1, ਉਸ ਤੋਂ ਬਾਅਦ 2 3 ਇੱਧਰ ਆ ਗਏ, ਇਹਦਾ ਮਤਲਬ 4 ਆਏਗਾ, ਫਿਰ 5,
ठीक है। उस तो बाद 6 जो ਅਸੀਂ ब्लू ਨਾਲ ਲਿਖੇ ਆ ਇੱਕ ਵਾਰੀ ਲਿਖਣੇ ਆ, ਜਿਹਦਾ ਇੱਕ ਦੋ ਵਾਰ ਆ ਰਿਹਾ ਤਾਂ ਇੱਕ ਵਾਰੀ ਲਿਖਾਂਗੇ। 5 6 ਉਸ ਤੋਂ ਬਾਅਦ 7 8 इधर आ गए, 9 ਤੇ 0। अगला गुण लिखो बच्चे कि जेकर कोई भी संख्या 0 0 1 4 5 6 ਜਾਂ 9 ਤੇ ਸਮਾਪਤ ਹੁੰਦੀ ਹੈ ਤਾਂ ਉਹ ਇੱਕ ਪੂਰਨ ਵਰਗ ਸੰਖਿਆ ਹੋ ਸਕਦੀ ਹੈ, ਹੋ ਸਕਦੀ ਹੈ ਜਾਂ ਫਿਰ ਨਹੀਂ, ਜਾਂ ਫਿਰ ਨਹੀਂ। इथे नहीं क्यों लिखा, ਇਹਦਾ मैं कारण ਤੁਹਾਨੂੰ ਸਮਝਾਣਾ ਹੁਣੇ। ਤੇ इंग्लिश मीडियम वाले बच्चे लिखो a number having 0 1 4 5 6 9 in the unit place may or may not be perfect square, may or may not be perfect square। ਹੁਣ ਬੱਚੇ ਇਹਨੂੰ ਸਮਝਣ ਲਈ एग्जांपल ਲੈਣੇ ਅਸੀਂ। मान लो साडे को संख्या है 81 81। हुण 81 ਕਿਹੜੀ ਸੰਖਿਆ ਦਾ ਵਰਗ ਹੈ? ਸਾਰੇ ਬੱਚਿਆਂ ਨੂੰ ਪਤਾ 81 ਕਿਹੜੀ ਸੰਖਿਆ ਦਾ ਵਰਗ ਹੈ? 9 ਦਾ, ਕਿਉਂਕਿ 9 ਨਾਲ ਕਿੰਨੇ ਹੁੰਦੇ ਆ 81, ਠੀਕ ਹੈ। तो 9 ਦਾ ਵਰਗ ਕਿੰਨਾ ਆ ਗਿਆ 81, ਔਰ ਇਹਦੇ ਵਿੱਚ ਇੱਥੇ ਯੂਨਿਟ ਪਲੇਸ ਦੇ ਵਿੱਚ ਕਿਹੜਾ ਅੰਕ ਆ ਰਿਹਾ 1, ਠੀਕ ਹੈ। ਜਸਟੀਫਾਈ ਹੋ ਗਿਆ। ਤੇ ਹੁਣ ਅਸੀਂ ਲੈਣੇ ਆ ਸੰਖਿਆ 91 91। ਜਦੋਂ 91 ਲੈਣੇ ਆ ਤੇ 91 ਦਾ ਬੱਚੇ 91 ਇੱਕ परफेक्ट मतलब पूर्ण वर्ग संख्या नहीं है, पूर्ण वर्ग संख्या नहीं है। इस करके मैं उत्थे जा नहीं वर्ड ਤੁਹਾਨੂੰ ਲਿਖਾਇਆ, क्योंकि ਇਹਦਾ भी इकाई अंक 1 है पर ਇਹ पूर्ण वर्ग संख्या नहीं है, ठीक है। तो हर बार नहीं ਹੁੰਦਾ। ਇਸ ਤੋਂ ਬਾਅਦ ਵਿੱਚੋਂ थर्ड प्रॉपर्टी है। थर्ड प्रॉपर्टी ਨੂੰ ਸਮਝਾਉਣ ਲਈ ਅਸੀਂ ਇੱਕ एग्जांपल ਲੈਣੇ ਆ। मान लो साडी कोई एग्जांपल है, ਅਸੀਂ 1 ਦਾ ਵਰਗ ਲਿਆ। ਦੇਖੋ 1 ਦਾ ਵਰਗ 1 ਗੁਣਾ 1 1 ਬਣ ਗਿਆ, ਠੀਕ ਹੈ। ਇਦਾਂ ਹੀ 9 ਦਾ ਵਰਗ ਇਹ ਕੀ ਆ ਜਾਣਾ 9 ਗੁਣਾ 9 81। तो ਇਸੇ ਤਰ੍ਹਾਂ ਅਸੀਂ 11 ਦਾ ਵਰਗ ਲੈਣੇ ਆ। 11 ਗੁਣਾ 11 ਕਿੰਨੇ ਹੁੰਦੇ ਆ 121। तो ਇਹਦੇ ਵਿੱਚ ਵੀ ਦੇਖੋ ਹੁਣ ਇੱਥੇ ਇਕਾਈ ਅੰਕ ਕੀ ਆ ਰਿਹਾ, इकाई अंक की है 1 आ रहा, ठीक है। तो थर्ड प्रॉपर्टी की है कि जेकर कोई भी संख्या दे इकाई अंक ते 1 ਜਾਂ ਫਿਰ 9 ਆਉਂਦਾ ਹੈ, 1 ਜਾਂ ਫਿਰ 9 ਆਉਂਦਾ ਹੈ, ਤਾਂ ਉਸ ਦੀ ਵਰਗ ਸੰਖਿਆ ਦੇ ਅੰਤ ਵਿੱਚ ਵੀ 1 ਆਵੇਗਾ। ਉਸ ਦੀ ਵਰਗ ਸੰਖਿਆ ਦੇ ਅੰਤ ਵਿੱਚ ਵੀ ਕੀ ਆਵੇਗਾ 1 ਆਵੇਗਾ। मतलब वो संख्या भी 1 ਨਾਲ ਹੀ ਖਤਮ ਹੋਵੇਗੀ, मतलब ਉਹਦੀ ਯੂਨਿਟ ਪਲੇਸ ਤੇ ਕੀ ਆਣਾ ਹੈ 1, ਠੀਕ ਹੈ। ਤੁਸੀਂ ਦੇਖ ਸਕਦੇ 1 ਦਾ ਵਰਗ ਕਿੰਨਾ 1, 9 ਦਾ 9 ਆਇਆ 81, ਠੀਕ ਹੈ। ਇਦਾਂ 11 ਗੁਣਾ 11 ਇਹ ਕਿੰਨਾ ਹੋ ਗਿਆ 121। ਇਹਦਾ ਵੀ ਇਕਾਈ ਅੰਕ 1 ਆ ਰਿਹਾ, ਠੀਕ ਹੈ। तो ਕੋਈ ਵੀ ਸੰਖਿਆ ਜਿਹੜੀ 9 ਨਾਲ ਖਤਮ ਹੋ ਰਹੀ ਆ ਜਾਂ ਫਿਰ 1 ਨਾਲ ਖਤਮ ਹੋ ਰਹੀ ਆ, ਉਹਨਾਂ ਦੇ ਵਰਗਾਂ ਦੇ मतलब आंसर ਦੇ ਵਿੱਚ ਜਦੋਂ ਅਸੀਂ ਵਰਗ ਕੱਢਣਾ ਹੈ ਤਾਂ ਉਹਨਾਂ ਦਾ ਇਕਾਈ ਅੰਕ ਵੀ ਕੀ ਆਊਗਾ ਹਮੇਸ਼ਾ 1 ਹੀ ਆਊਗਾ, ਠੀਕ ਹੈ। ਹੁਣ ਅਸੀਂ ਅਗਲੀ ਪ੍ਰਾਪਰਟੀ ਨੂੰ ਸਮਝਣ ਲਈ ਉੱਥੇ ਵੀ ਇੱਕ ਐਗਜ਼ਾਮਪਲ ਲੈਂਦੇ ਆ, ਫੇਰ ਹੀ ਤੁਹਾਨੂੰ ਸਮਝਾਉਂਦੇ ਹੋਗੀ। ਮੰਨ ਲਓ ਸਾਡੇ ਕੋ ਸੰਖਿਆ ਹੈ, ਕੋਈ ਵੀ ਸੰਖਿਆ ਲੈ ਲਓ ਜਿਹਦੀ ਯੂਨਿਟ ਪਲੇਸ ਤੇ 4 ਆਉਂਦਾ ਹੋਵੇ, ਜਿਹਦੀ ਯੂਨਿਟ ਪਲੇਸ ਤੇ ਕੀ ਆ 4 ਆਉਂਦਾ ਹੋਵੇ। ਜਿੱਦਾਂ ਮੰਨ ਲਓ 4 ਹੀ ਲੈ ਲਓ ਪਹਿਲਾਂ, ਚਲੋ 4 ਗੁਣਾ 4 तो एक ही आ गया 16। 16 ਦਾ ਇਕਾਈ ਅੰਕ ਕੀ ਹੈ 6। 16 ਦਾ ਇਕਾਈ ਅੰਕ ਕੀ ਹੈ 6। ਓਕੇ ਬੱਚੋ, ਇਦਾਂ ਬੱਚੋ ਅਸੀਂ ਲੈ ਲੈਨੇ ਆ 6 ਸੰਖਿਆ 6 6 का 36। तो ਇਹਦਾ ਵੀ ਇਕਾਈ ਅੰਕ ਕੀ ਆਇਆ, ਇਹਦਾ ਵੀ ਇਕਾਈ ਅੰਕ ਕੀ ਹੈ 6 ਆ ਰਿਹਾ। तो ਦੋਨਾਂ ਕੇਸ ਦੇ ਵਿੱਚ ਇਕਾਈ ਅੰਕ ਕੀ ਆ ਰਿਹਾ ਹੈ 6 आ रहा। ओके बच्चों, बहुत इंपॉर्टेंट है। ਇਹਦਾ ਮਤਲਬ ਕੋਈ ਵੀ ਸੰਖਿਆ ਹੁਣ ਨੋਟ ਕਰ ਲਓ, ਕੋਈ ਵੀ ਸੰਖਿਆ ਜਿੱਦਾਂ ਮੰਨ ਲਓ 14 ਗੁਣਾ 14 ਹੈ, ਇਹਦਾ ਇਕਾਈ ਅੰਕ ਕੀ ਹੈ 4, ਠੀਕ ਹੈ। तो ਜਦੋਂ ਇਹਦਾ ਤੁਸੀਂ ਵਰਗ ਕੱਢੋਗੇ, ਠੀਕ ਹੈ, ਇਹਦਾ ਵਰਗ ਕੱਢੋਗੇ ਤਾਂ ਫਿਰ ਉਸ ਦੇ ਇਕਾਈ ਅੰਕ ਵਿੱਚ ਵੀ ਕੀ ਆਏਗਾ 6 ਆਏਗਾ, ਠੀਕ ਹੈ। ਇਦਾਂ ਹੀ 36 ਹੈ, 36 ਗੁਣਾ 36 ਇਹਦਾ ਵਰਗ ਕਰੋਗੇ ਤਾਂ ਉਸ ਦੇ ਇਕਾਈ ਅੰਕ ਵਿੱਚ ਵੀ ਕੀ ਆਏਗਾ 6 ਆਏਗਾ।
सो बच्चों अगली प्रॉपर्टी है, अगला गुण है कि जेकर कोई भी संख्या 4 ਜਾਂ ਫਿਰ 6 ਤੇ ਖਤਮ ਹੁੰਦੀ ਹੈ, मतलब ਉਹਨਾਂ ਦਾ ਯੂਨਿਟ ਪਲੇਸ ਜਿਹੜਾ ਹੈ, ਯੂਨਿਟ ਪਲੇਸ ਤੇ ਕਿਹੜਾ ਅੰਕ ਆਉਂਦਾ ਹੈ 4 ਜਾਂ ਫਿਰ 6, ਤਾਂ ਉਹਨਾਂ ਦੇ ਵਰਗਾਂ ਦਾ, ਉਹ ਸੰਖਿਆਵਾਂ ਦੇ ਵਰਗਾਂ ਦਾ ਇਕਾਈ ਅੰਕ ਵੀ ਕੀ ਹੋਵੇਗਾ 6 ਹੋਵੇਗਾ। मतलब ਉਹ ਸੰਖਿਆ ਵੀ 6 ਤੇ ਖਤਮ ਹੋਵੇਗੀ, ਉਹ ਵੀ ਸੰਖਿਆ 6 ਤੇ ਕੀ ਹੋਵੇਗੀ ਖਤਮ ਹੋਵੇਗੀ। ਠੀਕ, ਸੋ ਬੱਚਿਓ ਆਓ ਇੱਕ ਸਵਾਲ ਕਰਦੇ ਆ, ਮੈਂ ਤੁਹਾਡੇ ਤੋਂ ਹੀ ਪੁੱਛਣਾ, ਤੁਸੀਂ ਇਹਦਾ ਆਨਸਰ ਦੇਣਾ ਕਿ ਮੰਨ ਲਓ 31 ਦਾ ਵਰਗ ਕਰਨ ਲੱਗੇ ਸੀ, 31 ਦਾ ਵਰਗ मतलब 31 ਗੁਣਾ 31, 31 ਗੁਣਾ 31, ਤੇ ਇਹਦਾ ਇਕਾਈ ਅੰਕ ਕੀ ਹੋਵੇਗਾ। ਹੁਣ ਇਹਦਾ ਇਕਾਈ ਅੰਕ ਕੀ ਹੋਵੇਗਾ, ਦੇਖੋ 31 ਦਾ ਇਕਾਈ ਅੰਕ ਕੀ ਹੈ, 31 ਦਾ ਇਕਾਈ ਅੰਕ ਹੈ 1, तो ਇਹਦਾ ਵਰਗ ਵੀ ਕਿੱਥੇ ਖਤਮ ਹੋਣਾ, ਫਿਰ ਵਰਗ ਵੀ ਕਿੱਥੇ ਖਤਮ ਹੋਣਾ 1 ਤੇ ਹੀ ਖਤਮ ਹੋਏਗਾ। ਠੀਕ ਹੈ, ਕਿੱਥੇ ਖਤਮ ਹੋਏਗਾ 1 ਤੇ ਖਤਮ ਹੋਏਗਾ। ਇਸ ਤੋਂ ਬਾਅਦ ਬੱਚੇ ਅਸੀਂ ਹੁਣ 5th ਪ੍ਰੋਪਰਟੀ ਕਰਨ ਲੱਗੇ। 5th ਪ੍ਰੋਪਰਟੀ ਦੇ ਵਿੱਚ ਕੀ ਹੈ, ਐਗਜ਼ਾਮਪਲ ਹੈ, ਮੰਨ ਲਓ ਅਸੀਂ 10 ਦਾ ਵਰਗ ਲੈਣ ਲੱਗੇ, ਹੁਣ 10 ਦਾ ਵਰਗ ਕਰਨ ਲੱਗੇ ਆ, ਤਾਂ 10 ਗੁਣਾ 10 ਇਹ ਕਿੰਨਾ ਆ ਗਿਆ 100। ਓਕੇ ਬੱਚਿਓ, ਮੰਨ ਲਓ ਅਸੀਂ 100 ਦਾ ਵਰਗ ਕਰਨਾ ਹੈ, 100 ਦਾ ਵਰਗ ਕਰਨਾ ਹੈ, 100 ਗੁਣਾ 100। ਹੁਣ ਦੇਖੋ ਇੱਥੇ ਕਿੰਨੀਆਂ ਸਿਫਰਾਂ, ਇਹਦੇ ਵਿੱਚ 2 ਸਿਫਰ ਇੱਥੇ ਆ, ਇੱਥੇ ਵੀ 2 ਸਿਫਰ ਆ, तो ये आ जानियां 1 2 3 4 सिफरां दे वर्ग दे विच। ठीक है बच्चों, इदां ही बच्चों जेकर 20 आ ते 20 दा वर्ग की आएगा 20 गुणा 20, 20 गुणा 20 किन्ने हुंदे 400, तो इहदे विच 2 सिफरां आ गईयां। ठीक है, इसी तरह अगर यही 200 हुंदा तां फिर ये क्या आना 200 गुणा 200, तो 1 2 3 4 सिफर ਇਹਦੇ ਵਿੱਚ ਆ ਜਾਣੀਆਂ। ਠੀਕ ਹੈ ਬੱਚਿਓ, ਹੁਣ ਦੇਖਣ ਵਾਲੀ ਗੱਲ ਕੀ ਹੈ ਕਿ ਅਗਰ ਕਿਸੇ ਸੰਖਿਆ ਦੇ ਵਿੱਚ ਇੱਕ ਸਿਫਰ ਆ ਤਾਂ ਉਸ ਦੇ ਵਰਗ ਦੇ ਵਿੱਚ ਕਿੰਨੀਆਂ ਸਿਫਰਾਂ ਆ ਰਹੀਆਂ, ਉਸ ਦੇ ਵਰਗ ਦੇ ਵਿੱਚ ਕਿੰਨੀਆਂ ਸਿਫਰਾਂ ਆ ਰਹੀਆਂ 2। ਠੀਕ ਹੈ, ਅਗਰ ਕਿਸੇ ਸੰਖਿਆ ਦੇ ਵਿੱਚ ਦੋ ਸਿਫਰਾਂ ਨੇ ਤਾਂ ਉਸ ਦੇ ਵਰਗ ਵਿੱਚ ਕਿੰਨੀਆਂ ਸਿਫਰਾਂ ਆ ਰਹੀਆਂ, ਕਿੰਨੀਆਂ ਸਿਫਰਾਂ ਆ ਰਹੀਆਂ 4। ਕਿੰਨੀਆਂ ਸਿਫਰਾਂ ਆ ਰਹੀਆਂ 4। ਇਹ ਨੋਟ ਕਰ ਲਓ ਬੱਚੇ। ਇਦਾਂ ਹੀ ਅਗਰ ਸਪੋਜ਼ ਕਰੋ ਅਸੀਂ ਕੋਈ ਸੰਖਿਆ ਜਿਸ ਦੇ ਵਿੱਚ 3 ਸਿਫਰਾਂ ਆ ਜਾਣ ਤੇ ਉਹਦਾ ਵਰਗ ਕਰੀਏ, मतलब 1000 ਗੁਣਾ 1000, ਅਸੀਂ ਐਗਜ਼ਾਮਪਲ ਕਿਹੜੀ ਲਈ 1000 ਗੁਣਾ 1000, तो 1 ਦੇ ਨਾਲ ਕਿੰਨੀਆਂ ਸਿਫਰਾਂ ਆ ਜਾਣੀਆਂ 1 2 3 4 5 6। ਕਿੰਨੀਆਂ ਸਿਫਰਾਂ ਆ ਗਈਆਂ 6। मतलब ਜਿੰਨੀਆਂ ਸਿਫਰਾਂ ਸੰਖਿਆ ਦੇ ਵਿੱਚ ਆ ਉਹਦਾ ਦੁੱਗਣਾ ਕਰ ਦੇਣਾ, ਉਨੀਆਂ ਸਿਫਰਾਂ ਉਸ ਦੇ ਵਰਗ ਦੇ ਵਿੱਚ ਹੋਣਗੀਆਂ। ठीक है बच्चों, तो ये अगली प्रॉपर्टी है, इन्हों नोट करो, बहुत सौखा है। मतलब कोई भी संख्या जिन्हां दे पिछे सिफर लगियां तो किन्नियां सिफरां आणगियां, सिर्फ जिन्नियां संख्या दे विच सिफरां ने ओदा डबल कर देना। जे संख्या दे विच जिन्नियां सिफरां ने ओदा की कर देना डबल। जिदा हुण इत्थे 3 सिफरां सी 1000 दे विच ते ओदे वर्ग दे विच किन्नियां सिफरां आ गईयां 6। ठीक है, जिथे 2 सिफरां सी ओदे विच ओदे वर्ग दे विच किन्नियां सिफरां आईयां 4। जिथे 1 सिफर सीगी ਉਹਦੇ ਵਰਗ ਦੇ ਵਿੱਚ ਕਿੰਨੀਆਂ ਸਿਫਰਾਂ ਆਈਆਂ 2, ਤੇ ਆ ਕਿੰਨੀਆਂ ਰਹੀਆਂ ਫਿਰ ਦੇਖੋ ਕਿੰਨੀਆਂ ਸਿਫਰਾਂ ਆ ਰਹੀਆਂ 2 4 6। ਇਹ ਜਿਸਤ ਸੰਖਿਆਵਾਂ ਨਹੀਂ ਹੋ ਗਈਆਂ, ਇਹ ਕੀ ਆ ਗਈਆਂ ਜਿਸਤ ਸੰਖਿਆਵਾਂ, ਮੀਨਸ ਈਵਨ ਨੰਬਰਸ। तो इसका मतलब ਅਸੀਂ ਕਹਿ ਸਕਦੇ ਹਾਂ ਕਿ ਵਰਗ ਸੰਖਿਆਵਾਂ ਦੇ ਅੰਤ ਵਿੱਚ ਸਿਫਰਾਂ ਦੀ ਸੰਖਿਆ ਕੇਵਲ ਜਿਸਤ ਸੰਖਿਆ ਹੁੰਦੀ ਹੈ, ਕੇਵਲ ਜਿਸਤ ਸੰਖਿਆ ਹੁੰਦੀ ਹੈ। ਸੋ ਬੱਚੇ ਇਹਨਾਂ ਦੀਆਂ ਨੈਕਸਟ ਪ੍ਰੋਪਰਟੀਜ਼ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਇੰਨੀਆਂ ਪ੍ਰੋਪਰਟੀਜ਼ ਤੁਸੀਂ ਫਿਲਹਾਲ ਕਰਨੀਆਂ ਨੇ। ਟਿਲ ਦੈਨ ਸਟੇ ਐਟ ਹੋਮ, ਸਟੇ ਸੇਫ। ਥੈਂਕ ਯੂ ਸੋ ਮਚ।